Hello everyone. Sorry I'm late again. 6ish it is right now. Okay, so I think we're good to go. ਹਾਂਜੀ ਸੋ ਜਿਵੇਂ ਕਿ ਅਸੀਂ ਪਹਿਲਾਂ ਕਹਿੰਦੇ ਹੁੰਦੇ ਆ ਕਿ ਜੇ ਅਸੀਂ ਸਾਡੇ ਪਿਛਲੇ ਲਾਈਵ ਸੈਸ਼ਨਸ ਜੋ ਕਿ ਅਸੀਂ ਕਾਫੀ 3 ਹਫ਼ਤਿਆਂ ਤੋਂ ਕਰ ਰਹੇ ਹਾਂ ਜੇ ਪਿਛਲੇ ਲਾਈਵ ਸੈਸ਼ਨ ਸਾਡੀ ਮਾਨਸਿਕਤਾ ਤੇ ਅਸੀਂ ਕੀਤੇ ਗਏ ਆ ਮੈਂਟਲ ਹੈਲਥ ਲਾਈਵ ਸੈਸ਼ਨਸ ਕੀਤੇ ਵੇ ਆ ਸੋ ਤੁਸੀਂ ਉਹ YouTube ਸਾਡੀ ਵੈਬਸਾਈਟ ਜਾਂ ਫੇਸਬੁੱਕ ਤੇ ਰਿਕਾਰਡਡ ਨੇ ਤੁਸੀਂ ਉੱਥੇ ਜਾ ਕੇ ਇਹ ਸੈਸ਼ਨਸ ਦੇਖ ਸਕਦੇ ਹੋ ਵੱਧ ਤੋਂ ਵੱਧ ਕੋਈ ਵੀ ਮਾਨਸਿਕਤਾ ਦੀ ਵੀਡੀਓ ਆਉਂਦੀ ਆ ਵੱਧ ਤੋਂ ਵੱਧ ਉਹਨੂੰ ਸ਼ੇਅਰ ਕਰੋ ਬਿਕਾਜ਼ ਆਪਾਂ ਵੀ ਆਪਣੇ ਕਲਚਰ ਨੂੰ ਉਸ ਲੈਵਲ ਤੇ ਜਗਾਈਏ ਜਿਸ ਲੈਵਲ ਤੇ ਦੂਸਰੇ ਕਲਚਰ ਜਾਗੇ ਹੋਏ ਨੇ ਸੋ ਇੱਕ ਆਪਣੀ ਜ਼ਿੰਮੇਵਾਰੀ ਬਣਦੀ ਹੈ ਸੋ ਕੋਈ ਵੀ ਇੱਕ ਮਾਨਸਿਕਤਾ ਮੈਂਟਲ ਹੈਲਥ ਦੀ ਕੋਈ ਵੀਡੀਓ ਆਉਂਦੀ ਆ ਜਿਸ ਦੇ ਨਾਲ ਤੁਹਾਨੂੰ ਲੱਗਦਾ ਕਿ ਕਿਸੇ ਹੋਰ ਦਾ ਫਾਇਦਾ ਹੋ ਸਕਦਾ ਕਿਸੇ ਨੂੰ ਹੋਰ ਇੱਕ ਵੱਖਰੀ ਤਰੀਕੇ ਨਾਲ ਸੋਚਣ ਦੇ ਲਈ ਉਹਨਾਂ ਦੀ ਮਾਨਸਿਕਤਾ ਮਜਬੂਰ ਹੋ ਸਕਦੀ ਸੋ ਪਲੀਜ਼ ਵੱਧ ਤੋਂ ਵੱਧ ਹਰ ਵੀਡੀਓ ਸ਼ੇਅਰ ਕਰਿਆ ਕਰੋ ਬਾਕੀ ਤੁਹਾਡੇ ਮੈਸੇजेस ਕਮੈਂਟਸ ਵਾਸਤੇ ਥੈਂਕ ਯੂ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਵੀ ਟੌਪਿਕਸ ਤੁਸੀਂ ਸਾਨੂੰ ਮੈਸੇਜ ਕੀਤੇ ਆ ਅਸੀਂ ਉਹਨਾਂ ਦੇ ਇਸ ਲਾਈਵ ਸੈਸ਼ਨਸ ਦੇ ਵਿੱਚ ਉਹਨਾਂ ਟੌਪਿਕਸ ਨੂੰ ਕਵਰ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਸੋ ਥੈਂਕ ਯੂ ਹਾਂਜੀ ਅੱਜ ਜਿਹੜੀ ਚੀਜ਼ ਬਾਰੇ ਅਸੀਂ ਗੱਲ ਕਰਨੀ ਹੈ ਮੈਂ ਸੋਚ ਰਹੀ ਸੀ ਕਿ ਜਿਹੜਾ ਟੌਪਿਕ ਆ ਇਸ ਲਾਈਵ ਸੈਸ਼ਨ ਦਾ ਲਿਖਾਂ ਪਤਾ ਨਹੀਂ ਜਦੋਂ ਆਪਾਂ ਲਿਖ ਦਾਂਗੇ ਤੇ ਖਰੀ ਬਹੁਤ ਲੋਕੀ ਦੇਖਣਗੇ ਵੀਡੀਓ ਨੂੰ ਬਿਕਾਜ਼ ਅਸੀਂ ਦੇਖਣਾ ਨਹੀਂ ਮੰਗਦੇ ਅਸੀਂ ਚਾਹੁੰਦੇ ਨਹੀਂ ਜਿਵੇਂ ਦੁੱਖ ਪੇਨ ਜਿਹੜਾ ਮੈਂ ਟੌਪਿਕ ਲਿਖਿਆ ਵਾ ਜਿਹਦੇ ਬਾਰੇ ਅਸੀਂ ਅੱਜ ਗੱਲ ਕਰਾਂਗੇ ਬਿਕਾਜ਼ ਜਿਹੜਾ ਆਪਣਾ ਕਲਚਰ ਜਿਹੜੀ ਆਪਣੀ ਸੁਸਾਇਟੀ ਆ ਜਿਸ ਸੁਸਾਇਟੀ ਦਾ ਅਸੀਂ ਹਿੱਸਾ ਵਾਂ ਉਹ ਸੁਸਾਇਟੀ ਵੱਧ ਤੋਂ ਵੱਧ ਕੋਸ਼ਿਸ਼ ਕਰਦੀ ਆ ਕਿ ਸਾਨੂੰ ਦੁੱਖ ਦਾ ਸਾਹਮਣਾ ਨਾ ਕਰਨਾ ਪਵੇ ਵੱਧ ਤੋਂ ਵੱਧ ਅਸੀਂ ਦੁੱਖ ਤੋਂ ਭੱਜਦੇ ਹਾਂ ਮਾੜੀ ਜੀ ਵੀ ਸਾਡੇ ਅੰਦਰ ਕੋਈ ਇੱਕ ਦੁੱਖ ਦੀ ਭਾਵਨਾ ਆਉਂਦੀ ਅਸੀਂ ਛੇਤੀ ਜਾ ਕੇ ਕੋਈ ਸ਼ਰਾਬ ਦਾ ਗਲਾਸ ਜਾਂ ਕੋਈ ਆਨਲਾਈਨ ਆਰਡਰ ਜਾਂ ਕੁਛ ਆਪਦੇ ਮੂੰਹ ਦੇ ਵਿੱਚ ਖਾ ਲੈਣਾ ਤਾਂ ਜੋ ਸਾਨੂੰ ਦੁੱਖ ਮਹਿਸੂਸ ਨਾ ਕਰਨਾ ਪਵੇ ਸੋ ਇਹ ਜੀ ਸੁਸਾਇਟੀ ਦੇ ਵਿੱਚ ਦੁੱਖ ਇੰਟਰੋਡਿਊਸ ਕਰਨਾ ਬਹੁਤ ਔਖਾ ਹੋ ਜਾਂਦਾ ਬਿਕਾਜ਼ ਤੁਹਾਨੂੰ ਪਤਾ ਨਹੀਂਗਾ ਕਿ ਇਹ ਵੀਡੀਓਜ਼ ਬਿਕਾਜ਼ ਜਦੋਂ ਵੀ ਲੋਕੀ ਟੌਪਿਕ ਦੇਖਣਗੇ ਇਸ ਬਾਰੇ ਤਾਂ ਸੁਭਾਵਿਕ ਜੀ ਗੱਲ ਆ ਕਿ ਜਿਵੇਂ ਸੋਸਾਇਟੀ ਸਾਨੂੰ ਭੱਜਣਾ ਸਿਖਾਇਆ ਜਾਂਦਾ ਦੁੱਖ ਨਾਲ ਸਾਨੂੰ ਵਿਚਰਨਾ ਨਹੀਂ ਸਿਖਾਇਆ ਜਾਂਦਾ ਸਾਨੂੰ ਉੱਭਰਨਾ ਨਹੀਂ ਸਿਖਾਇਆ ਜਾਂਦਾਗਾ ਸੋ ਅੱਜ ਅਸੀਂ ਗੱਲ ਕਰਾਂਗੇ ਦੁੱਖ ਸੋ ਪਹਿਲਾਂ ਤਾਂ ਅਸੀਂ ਇਹ ਮੰਨੀਏ ਕਿ ਜ਼ਿੰਦਗੀ ਦਾ ਕੰਟਰੈਕਟ ਆ ਐਂਡ ਜਿਸ ਚੀਜ਼ ਤੋਂ ਅਸੀਂ ਭੱਜਦੇ ਹਾਂ ਸਾਰੀ ਉਮਰ ਭੱਜਦੇ ਹਾਂ ਪਰ ਉਹ ਸਾਡਾ ਪਿੱਛਾ ਨਹੀਂ ਛੱਡਦਾ ਕਿਉਂਕਿ ਇੱਕ ਜ਼ਿੰਦਗੀ ਦਾ ਸੱਚ ਆ ਐਂਡ ਜਿੰਨਾ ਅਸੀਂ ਭੱਜਾਂਗੇ ਉਨਾ ਅਸੀਂ ਆਪਦੀ ਲਾਈਫ ਨੂੰ ਡਿਸਫੰਕਸ਼ਨਲ ਕਰਾਂਗੇ ਸੋ ਇਹ ਬੜਾ ਜ਼ਰੂਰੀ ਹੈ ਫੋਰ ਐਗਜ਼ਾਮਪਲ ਜੇ ਕਿਸੇ ਇੱਕ ਕੰਟਰੀ ਦੇ ਵਿੱਚ ਤੁਸੀਂ ਰਹਿ ਰਹੇ ਹੋ ਐਂਡ ਉੱਥੇ ਕਾਰ ਚਲਾਉਣਾ ਜ਼ਰੂਰੀ ਆ ਕਿਉਂਕਿ ਕਾਰ ਤੁਹਾਨੂੰ ਆਉਣੀ ਚਾਹੀਦੀ ਆ ਐਂਡ ਸੁਭਾਵਿਕ ਜੀ ਗੱਲ ਆ ਤੁਹਾਨੂੰ ਕਾਰ ਚਲਾਉਣੀ ਤੁਸੀਂ ਸਿੱਖ ਲਓਗੇ ਤਾਂ ਤੁਹਾਡੀ ਲਾਈਫ ਫੰਕਸ਼ਨਲ ਬਹੁਤ ਕਿਉਂਕਿ ਉਹ ਕੰਟਰੀ ਦੇ ਵਿੱਚ ਰਹਿ ਕੇ ਤੁਹਾਨੂੰ ਕਾਰ ਸਿੱਖਣੀ ਪੈਣੀ ਆ ਸੋ ਇਵੇਂ ਇੱਕ ਦੁੱਖ ਇੱਕ ਲਾਈਫ ਦਾ ਕੰਟਰੈਕਟ ਆ ਤੁਸੀਂ ਦੁੱਖ ਨੂੰ ਕਿਸ ਤਰੀਕੇ ਨਾਲ ਕਿਸ ਨਜ਼ਰ ਨਾਲ ਦੇਖਦੇ ਹੋ ਨਾਰਮਲੀ ਕਈ ਵਾਰ ਮੇਰੇ ਪਰਿਵਾਰ ਦੇ ਮੈਂਬਰ ਵੀ ਜਾਂ ਕਈ ਵਾਰ ਮੇਰੇ ਫਰੈਂਡਸ ਵੀ ਜਾਂ ਕਈ ਲੋਕਾਂ ਕਲਾਇੰਟ ਵੀ ਮੇਰੇ ਕੋਲ ਆਉਂਦੇ ਉਹ ਕਹਿੰਦੇ ਤੁਸੀਂ ਤਾਂ ਲੋਕਾਂ ਦਾ ਦੁੱਖ ਸੁਣਦੇ ਰੋਜ਼ ਬਿਕਾਜ਼ ਮੇਰਾ ਤਾਂ ਸਾਰਾ ਦਿਨ ਦਾ ਕੰਮ ਹੀ ਇਹ ਆ ਕਿ ਲੋਕ ਫਰਸਟ੍ਰੇਟਡ ਆ ਦੁਖੀ ਆ ਘਰਾਂ ਦੀਆਂ ਪ੍ਰੋਬਲਮਾਂ ਵਾ ਅਸੀਂ ਰੋਜ਼ ਐਜ਼ ਅ ਕਾਉਂਸਲਰ ਇਹੀ ਮੇਰਾ ਕੰਮ ਆ ਰੋਜ਼ 8 ਘੰਟੇ ਮੈਂ ਇਹੀ ਕਰਨਾ ਹੁੰਦਾ ਗਾ ਸੋ ਉਹ ਕਹਿੰਦੇ ਕਿ ਤੁਸੀਂ ਤਾਂ ਆਪ ਦੁੱਖ ਨਾ ਬੜੇ ਹੋ ਤੁਹਾਨੂੰ ਤੁਹਾਡੇ ਤੇ ਦੁੱਖ ਪਾ ਦਿੰਦੇ ਹੋਣਗੇ ਤੁਹਾਨੂੰ ਦੱਸਦੇ ਤੇ ਉਹਨਾਂ ਨਾਲ ਤਾਂ ਰਹਿਣਾ ਕਿੰਨਾ ਔਖਾ ਵਾ ਫਿਰ ਘਰੇ ਆਉਣਾ ਫਿਰ ਆਪਦੇ ਮਨ ਨੂੰ ਠੀਕ ਰੱਖਣਾ ਪਰ ਵੀ ਇਹ ਕਿੱਦਾਂ ਹੋ ਜਾਂਦਾ ਵਾ ਬਿਕਾਜ਼ ਸਾਰਾ ਦਿਨ ਤੁਸੀਂ ਇੱਕ ਦੁਖੀ ਲੋਕਾਂ ਨੂੰ ਮਿਲਦੇ ਸੁਖੀ ਲੋਕਾਂ ਨੂੰ ਤਾਂ ਮਿਲਦੇ ਨਹੀਂ ਐਂਡ ਮੈਂ ਇਹ ਸਮਝਦੀ ਹਾਂ ਕਿ ਜਿੱਥੋਂ ਇਹ ਕੁਐਸਚਨਸ ਆਉਂਦਾ ਬਿਕਾਜ਼ ਸਾਡਾ ਜਿਸ ਤਰੀਕੇ ਨਾਲ ਅਸੀਂ ਦੁੱਖ ਨੂੰ ਇੱਕ ਵੱਖਰੀ ਨਜ਼ਰ ਨਾਲ ਦੇਖਦੇ ਹਾਂ ਤੁਸੀਂ ਇੱਕ ਦੁੱਖ ਨੂੰ ਵੱਖਰੀ ਨਜ਼ਰ ਨਾਲ ਦੇਖਦੇ ਹਾਂ ਅਸੀਂ ਇੱਕ ਦੁੱਖ ਨੂੰ ਇੱਕ ਗਰੋਥ ਨਜ਼ਰ ਨਾਲ ਵੇਖਦੇ ਹਾਂ ਕਿ ਅਸੀਂ ਜਾਗ ਸਕੀਏ ਸਾਡੀ ਮਾਨਸਿਕਤਾ ਜਾਗ ਸਕੀਏ ਅਸੀਂ ਇੱਕ ਜ਼ਿੰਦਗੀ ਨੂੰ ਫੰਕਸ਼ਨਲ ਬਣਾ ਸਕੀਏ ਦੁੱਖ ਇੱਕ ਸਾਡੇ ਲਈ ਐਜੂਕੇਸ਼ਨ ਇੱਕ ਲਰਨਿੰਗ ਆ ਇਹ ਸਾਨੂੰ ਦੱਸਦਾ ਕਿ ਸਾਡੀ ਮਾਨਸਿਕਤਾ ਕਿੱਥੇ ਅਟਕੀ ਪਈ ਆ ਕਿੱਥੇ ਸਾਡਾ ਵਿਚਾਰ ਅਟਕਿਆ ਪਿਆ ਵਾ ਕਿੱਥੇ ਅਸੀਂ ਸੋਚਦੇ ਹਾਂ ਕਿ ਜਿਹੜਾ ਇੱਕ ਦੁੱਖ ਉਹ ਸਾਨੂੰ ਬਦਲਣਾ ਆਉਂਦਾ ਵਾ ਐਂਡ ਨਾਰਮਲੀ ਜਦੋਂ ਕਲਾਇੰਟ ਮੇਰੇ ਕੋਲ ਆਉਂਦੇ ਤੇ ਕਈ ਵਾਰ ਉਹ ਆਉਂਦੇ ਆ ਕਿ ਮੇਰਾ ਹਸਬੈਂਡ ਬੁਰਾ ਵਾ ਮੇਰੀ ਮਦਰ ਇਨ ਲਾ ਬੁਰੀ ਆ ਮੇਰਾ ਬੱਚਾ ਬੁਰਾ ਵਾ ਐਂਡ ਮੋਸਟ ਆਫ ਦ ਟਾਈਮ ਸਾਡਾ ਜਿਹੜਾ ਕੰਮ ਆ ਕਿ ਅਸੀਂ ਇੱਕ ਕਲਾਇੰਟ ਨੂੰ ਬਦਲਣਾ ਜਿਹਦੇ ਨਾਲ ਅਸੀਂ ਕੰਮ ਕਰ ਰਹੇ ਅਸੀਂ ਉਹਨੂੰ ਉਦੋਂ ਤੱਕ ਹੀ ਬਦਲ ਸਕਦੇ ਅਸੀਂ ਦੂਸਰੇ ਇਨਸਾਨ ਨੂੰ ਉਹਨਾਂ ਦੇ ਘਰ ਦੇ ਵਿੱਚ ਬੈਠੇ ਇਨਸਾਨਾਂ ਨੂੰ ਨਹੀਂ ਬਦਲ ਸਕਦੇਗੇ ਉਹ ਤਾਂ ਸ਼ਾਇਦ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਵੀ ਨਹੀਂ ਕਰ ਸਕਦੇਗੇ ਸੋ
ਜਿਹੜੇ ਤਰੀਕੇ ਨਾਲ ਐਂਡ ਜਿਹੜੇ ਆਮ ਸੁਸਾਇਟੀ ਆ ਉਹ ਦੁੱਖ ਨੂੰ ਇੱਕ ਨਜ਼ਰ ਨਾਲ ਦੇਖਦੀ ਕਿ ਇਹ ਤਾਂ ਬਹੁਤ ਬੁਰਾ ਵਾ, ਇਹ ਤਾਂ ਆਉਣਾ ਨਹੀਂ ਚਾਹੀਦਾ, ਇਹ ਤਾਂ ਇਹ ਆ ਗਿਆ ਤਾਂ ਪਤਾ ਨਹੀਂ ਕੀ ਕਰੂਗਾ ਲੋਕ, ਇਹ ਤਾਂ ਤੁਹਾਨੂੰ ਖਰਾਬ ਸਥਿਤੀ ਦੇ ਵਿੱਚ ਕਰ ਦੋ, ਤੁਹਾਡੇ ਖੁਸ਼ੀਆਂ ਨਹੀਂ ਰਹਿਣੀਆਂ ਗੀਆਂ। ਸੋ ਇੱਕ ਜਿਹੜੀ ਸੁਸਾਇਟੀ, ਇੱਕ ਕਲਚਰ ਦੀ ਨਿਗਾਹ ਦੁੱਖ ਦੀ ਆ, ਉਹ ਸੋਚਦੇ ਆ ਕਿ ਦੁੱਖ ਤਾਂ ਬੜਾ ਵੱਡਾ ਪਹਾੜ ਆ, ਅਤੇ ਜਿਹਦੇ ਤੋਂ ਅਸੀਂ ਥੱਲੇ ਆ ਗਏ ਤਾਂ ਪਤਾ ਨਹੀਂ ਸਾਥੋਂ ਨਿਕਲਿਆ ਜਾਣਾ ਕਿ ਉੱਭਰਿਆ ਜਾਣਾ ਕਿ ਨਹੀਂ। ਐਂਡ ਇਹ ਸਹੀ ਵੀ ਆ, ਬਿਕਾਜ਼ ਸਾਨੂੰ ਟ੍ਰੇਨਿੰਗ ਹੀ ਨਹੀਂ ਮਿਲੇਗੀ, ਜਿਹੜੀ ਚੀਜ਼ ਦਾ ਤੁਸੀਂ ਵਿਚਰੇ ਹੀ ਨਹੀਂ ਉਹ ਤੋਂ ਤੁਹਾਨੂੰ ਡਰਨਾ ਹੀ ਸਿਖਾਇਆ ਗਿਆ ਐਂਡ ਤੁਸੀਂ ਡਰਦੇ ਹੋ। ਪਰ ਐਸ ਅ ਕਾਉਂਸਲਰ ਅਸੀਂ ਦੁੱਖ ਨੂੰ ਇੱਕ ਟਰਾਂਸਫੋਰਮੇਸ਼ਨ ਮੰਨਦੇ ਹਾਂ। ਅਸੀਂ ਮੰਨਦੇ ਹਾਂ ਕਿ ਇੱਕ ਸੈਡ ਰਿਐਲਿਟੀ ਆ ਕਿ ਅਸੀਂ ਇਨਸਾਨ ਦੁੱਖ ਤੋਂ ਬਿਨਾਂ ਬਦਲ ਨਹੀਂ ਸਕਦੇ, ਅਸੀਂ ਇਨਸਾਨ ਦੁੱਖ ਤੋਂ ਬਿਨਾਂ ਆਪਦੀ ਸੋਚ ਨਹੀਂ ਬਦਲਦੇ, ਅਸੀਂ ਇਨਸਾਨ ਦੁੱਖ ਤੋਂ ਬਿਨਾਂ ਆਪਦੀ ਵਿਚਾਰਧਾਰਾ ਨਹੀਂ ਬਦਲਦੇ, ਅਸੀਂ ਇਨਸਾਨ ਦੁੱਖ ਤੋਂ ਬਿਨਾਂ ਆਪਦੀ ਮਾਨਸਿਕਤਾ ਨਹੀਂ ਬਦਲਦੇ। ਤੁਸੀਂ ਆਹੀ ਦੇਖੋ, ਫੋਰ ਐਗਜ਼ਾਮਪਲ ਅਸੀਂ ਆਪਣੇ ਘਰਾਂ ਦੇ ਵਿੱਚ ਇਸ ਕ੍ਰਾਈਸਿਸ ਤੋਂ ਪਹਿਲਾਂ ਬਹੁਤ ਆਰਾਮ ਨਾਲ ਰਹਿ ਰਹੇ ਸੀ, ਫਿਰ ਵੀ ਸਾਨੂੰ ਕੰਪਲੇਨ ਸੀ ਕਿ ਸਾਡਾ ਹਸਬੈਂਡ ਇੱਦਾਂ ਦਾ ਹੋਣਾ ਚਾਹੀਦਾ, ਇੱਦਾਂ ਦਾ ਕਿਉਂ ਆ। ਫਿਰ ਵੀ ਸਾਨੂੰ ਕੰਪਲੇਨ ਸੀ ਸਾਡੇ ਬੱਚੇ ਇੱਦਾਂ ਦੇ ਹੋਣੇ ਚਾਹੀਦੇ, ਇੱਦਾਂ ਦੇ ਕਿਉਂ ਆ, ਸਾਡੇ ਮਦਰ ਇਨ ਲਾ ਇੱਦਾਂ ਦੀ ਹੋਣੀ ਚਾਹੀਦੇ ਆ, ਜਾਂ ਸਾਡੇ ਪੇਰੈਂਟਸ ਇੱਦਾਂ ਦੇ ਹੋ, ਜਾਂ ਸਾਡੇ ਫਰੈਂਡਸ ਇੱਦਾਂ ਦੇ ਹੋਣੇ ਚਾਹੀਦੇ, ਜਾਂ ਸਾਡਾ ਬੈਂਕ ਬੈਲੈਂਸ ਇੱਦਾਂ ਦਾ ਹੋਣਾ ਚਾਹੀਦਾ ਗਾ। ਸੋ ਸਾਨੂੰ ਕੰਪਲੇਨ ਸੀ, ਅਸੀਂ ਉਸ ਜ਼ਿੰਦਗੀ ਦੇ ਵਿੱਚ ਵੀ ਖੁਸ਼ ਨਹੀਂ ਸੀ। ਇਸ ਕ੍ਰਾਈਸਿਸ ਵਾਲੀ ਸਿਚੁਏਸ਼ਨ ਤੋਂ ਪਹਿਲਾਂ ਵੀ ਸੀ ਸਟ੍ਰੈਸ ਸੀ, ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਅਸੀਂ ਸਟ੍ਰੈਸ ਸੀ। ਪਰ ਹੁਣ ਜਦੋਂ ਅਸੀਂ ਉਹ ਖੋਈ ਗਈ ਆ ਸਾਡੇ ਤੋਂ, ਹੁਣ ਜਦੋਂ ਸਾਡੇ ਤੋਂ ਲੂਜ਼ ਕੀਤੀ ਗਈ ਆ, ਅਤੇ ਸਾਨੂੰ ਉਸ ਚੀਜ਼ ਦਾ ਵਿਚਾਰ ਆਇਆ ਕਿ ਉਹ ਜ਼ਿੰਦਗੀ ਤਾਂ ਇੱਕ ਪ੍ਰਿਵਿਲੇਜ ਸੀ, ਉਹ ਜ਼ਿੰਦਗੀ ਤਾਂ ਇੱਕ ਖੁਸ਼ ਨਸੀਬ ਸੀਗੀ ਕਿ ਜਿਸ ਜ਼ਿੰਦਗੀ ਦੇ ਵਿੱਚ ਅਸੀਂ ਇੰਨਾ ਦੁੱਖ ਆਪਦੇ ਆਪ ਨੂੰ ਕਹਿੰਦੇ ਸੀ ਵੀ ਅਸੀਂ ਦੁਖੀ ਹਾਂ, ਸਾਡੇ 'ਚ ਆਹ ਨਹੀਂ ਸਹੀ, ਆਹ ਨਹੀਂ ਸਹੀ, ਅਤੇ ਹੁਣ ਜਦੋਂ ਅਸੀਂ ਉਹਨਾਂ ਸਾਰੇ ਲੋਕਾਂ ਤੋਂ ਪਾਸੇ ਰਹਿ ਕੇ ਸਾਨੂੰ ਕ੍ਰਾਈਸਿਸ ਨੇ ਪਾਸੇ ਕਰਤਾ, ਅੱਡ ਕਰਤਾ, ਅਤੇ ਸਡਨਲੀ ਸਾਨੂੰ ਉਹ ਲੋਕ ਬੜੇ ਯਾਦ ਆਉਂਦੇ, ਸਡਨਲੀ ਸਾਨੂੰ ਟਾਈਮ ਬੜੇ ਯਾਦ ਆਉਂਦੇ ਆ ਕਿ ਅਸੀਂ ਫੇਰ ਇਕੱਠੇ ਹੋ ਪਾਵਾਂਗੇ। ਇਹ ਕਿਉਂ ਹੋਇਆ? ਕਿਉਂਕਿ ਨੋਰਮਲ ਜ਼ਿੰਦਗੀ ਦੇ ਵਿੱਚ ਇਹ ਸਾਡੇ ਮਨ ਦੇ ਵਿਚਾਰ ਨਹੀਂ ਆਇਆ ਕਿ ਇਹ ਚੀਜ਼ ਸਾਡੇ ਤੋਂ ਕਦੇ ਵੀ ਖੋਈ ਜਾ ਸਕਦੀ ਆ। ਇਹ ਹੋਇਆ ਕਿ ਸਾਡੇ ਤੋਂ ਇਹ ਚੀਜ਼, ਸਾਨੂੰ ਦੁੱਖ ਮਿਲਿਆ, ਐਂਡ ਉਸ ਦੁੱਖ ਨੇ ਸਾਨੂੰ ਅਹਿਸਾਸ ਕਰਾਇਆ ਕਿ ਜਿਹੜੀਆਂ ਚੀਜ਼ਾਂ ਨੂੰ ਅਸੀਂ ਪ੍ਰੋਬਲਮ ਸਮਝਦੇ ਸੀ ਕਿ ਅਸੀਂ ਇੰਨੇ ਬਿਜ਼ੀ ਹਾਂ, ਸਾਨੂੰ ਬਾਹਰ ਜਾਣਾ ਪੈਂਦਾ ਵਾ, ਸਾਨੂੰ ਲੋਕਾਂ ਦੇ ਫੰਕਸ਼ਨਸ ਆਉਂਦੇ ਆ, ਕਿਹੜੇ ਫੰਕਸ਼ਨ ਨੂੰ ਅਟੈਂਡ ਕਰੀਏ, ਕਿਹੜੇ ਨੂੰ ਲੋਕ ਤੁਹਾਨੂੰ ਕਿਸੇ ਨਾ ਕਿਸੇ ਦਾ ਪ੍ਰੋਗਰਾਮ ਆਇਆ ਰਹਿੰਦਾ, ਕੀ ਕਰੀਏ, ਐਂਡ ਹੁਣ ਉਹਨਾਂ ਨੂੰ ਅਸੀਂ ਤਰਸੇ ਪਏ ਹਾਂ। ਬੇਸਿਕਲੀ ਇੱਕ ਦੁੱਖ ਆਇਆ, ਉਹਨੇ ਸਾਨੂੰ ਸਿਖਾਇਆ ਕਿ ਜਿਹੜੀਆਂ ਚੀਜ਼ਾਂ ਅਸੀਂ ਮੰਨਦੇ ਸੀ ਕਿ ਸਾਨੂੰ ਦੁੱਖ ਦਿੰਦੀਆਂ, ਉਹ ਤਾਂ ਸੁੱਖ ਸੀ ਸਾਡਾ, ਉਹਦੇ ਨਾਲ ਤਾਂ ਅਸੀਂ ਖੁਸ਼, ਉਹ ਤਾਂ ਸਾਡੀ ਮਾਨਸਿਕਤਾ ਵਾਸਤੇ ਖੁਸ਼ੀ ਵਾਲੀ ਚੀਜ਼ ਸੀ। ਸੋ ਤੁਸੀਂ ਦੇਖੋ ਕਿ ਇਹ ਚੀਜ਼ ਨੇ ਸਾਨੂੰ, ਇੱਕ ਦੁੱਖ ਆਇਆ ਤਾਂ ਸਾਨੂੰ ਸਿੱਖਿਆ, ਸਾਡਾ ਸਾਡਾ ਵਿਚਾਰ ਬਦਲਿਆ। ਹੁਣ ਅਸੀਂ ਥਿੰਕ ਜਦੋਂ ਅਸੀਂ ਸਾਰੇ ਉਸ ਜ਼ਿੰਦਗੀ ਦੇ ਵਿੱਚ ਜਾਵਾਂਗੇ ਨਾ, ਐਂਡ ਸਪੈਸ਼ਲੀ ਮੈਂ ਵੀ ਰਿਫਲੈਕਟ ਕਰ ਰਹੀ ਹਾਂ ਕਿ ਉਸ ਜ਼ਿੰਦਗੀ ਲਈ ਅਸੀਂ ਬੜੇ ਸ਼ੁਕਰਗੁਜ਼ਾਰ ਹੋਵਾਂਗੇ ਕਿ ਅਸੀਂ ਕਿਸੇ ਨੂੰ ਜੱਫੀ ਪਾ ਸਕਦੇ ਸੀ, ਅਸੀਂ ਰਿਸ਼ਤਿਆਂ ਦੇ ਵਿੱਚ ਮਿਲ ਸਕਦੇ ਸੀਗੇ, ਆਪਦੇ ਪਰਿਵਾਰਾਂ ਦੇ ਵਿੱਚ ਵਿਚਰ ਸਕਦੇ ਸੀ, ਬਾਹਰ ਕਿਤੇ ਘੁੰਮਣ ਫਿਰਨ ਜਾ ਸਕਦੇ ਸੀ, ਪਿਕਨਿਕ ਕਰ ਜਾ ਸਕਦੇ ਸੀ, ਪਾਰਟੀ 'ਤੇ ਜਾ ਸਕਦੇ ਸੀਗੇ। ਹੁਣ ਅਸੀਂ ਉਸ ਚੀਜ਼ ਦੀ ਕਦਰ ਪਾਵਾਂਗੇ ਵਾਪਸ ਜਾ ਕੇ, ਪਰ ਪਹਿਲਾਂ ਤਾਂ ਸਾਡੇ ਕੋਲ ਸੀਗੀ ਅਤੇ ਅਸੀਂ ਪਾ ਨਹੀਂ ਸੀ ਰਹੇ। ਸੋ ਇੱਕ ਦੁੱਖ ਨੇ ਸਾਨੂੰ ਟਰਾਂਸਫਾਰਮ ਕੀਤਾ, ਇੱਕ ਦੁੱਖ ਨੇ ਸਾਨੂੰ ਸਿੱਖ ਅਤੇ ਸਾਡਾ ਵਿਚਾਰ ਬਦਲਿਆ ਵੀ ਜਿਹੜੀਆਂ ਚੀਜ਼ਾਂ ਤੋਂ ਗਰੰਟਡ ਲਈਆਂ ਹੋਈਆਂ ਨੇ ਅਸੀਂ ਨਾ, ਜਿਹੜੀਆਂ ਚੀਜ਼ਾਂ ਤੋਂ ਉਹੀ ਲਈਆਂ ਹੋਈਆਂ ਸੀ ਕਿ ਤੈਨੂੰ ਆਮ ਹੀ ਮਿਲੀਆਂ ਹੋਈਆਂ, ਉਹ ਚੀਜ਼ਾਂ ਦੀ ਕੀਮਤ ਸੀ, ਪਰ ਸਾਨੂੰ ਕੀਮਤ ਹੁਣ ਪਤਾ ਲੱਗੀ ਕਿਉਂਕਿ ਸਾਥੋਂ ਖੋਈਆਂ ਗਈਆਂ। ਸੋ ਜਿਹੜਾ ਇੱਕ ਦੁੱਖ ਆ ਅਤੇ ਇੱਕ ਜਿਹੜਾ ਲੋਸ ਆ ਨਾ, ਉਹਦੇ ਬਿਨਾਂ ਸਾਡੀ ਮਾਨਸਿਕਤਾ ਨਹੀਂ ਬਦਲਦੀ, ਉਹਦੇ ਬਿਨਾਂ ਸਾਡਾ ਵਿਚਾਰ ਨਹੀਂ ਬਦਲਦਾ, ਉਹਦੇ ਬਿਨਾਂ ਅਸੀਂ ਜਾਗਦੇ ਨਹੀਂ। ਜਿਹੜੀਆਂ ਵੀ ਸਾਡੀਆਂ ਮਾਨਸਿਕ ਸੋਚਾਂ, ਜਿਹੜੇ ਸਾਡੇ ਮਾਂ ਬਾਪ ਨੇ ਪਿੱਛੋਂ ਦਿੱਤੀਆਂ ਹੋਈਆਂ ਵਾ, ਅਸੀਂ ਸੁੱਤੇ ਹੋਏ ਹਾਂ, ਸਾਡੀ ਮਾਨਸਿਕਤਾ ਸੁੱਤੀ ਹੋਈ ਆ, ਐਂਡ ਇਹ ਜਾਗਦੀ ਕਦੋਂ? ਇਹ ਦੁੱਖ 'ਚ ਜਾਗਦੀ ਆ। ਐਂਡ ਇਸੇ ਕਰਕੇ ਜਾਗਣਾ ਸਾਨੂੰ ਪਸੰਦ ਨਹੀਂ ਆਉਂਦਾ, ਬਿਕਾਜ਼ ਜਦੋਂ ਤੁਸੀਂ ਸੁਬਾਹ ਉੱਠਦੇ ਹੋ, ਅਲਾਰਮ ਕਲੋਕ ਤੁਹਾਨੂੰ ਬਹੁਤ ਭੈੜਾ ਲੱਗਦਾ। ਕਿਉਂ ਭੈੜਾ ਲੱਗਦਾ? ਕਿਉਂਕਿ ਅਲਾਰਮ ਕਲੋਕ ਤੁਹਾਨੂੰ ਜਗਾਉਂਦਾ ਵਾ। ਐਂਡ ਇਸੇ ਕਰਕੇ ਜਿਹੜਾ ਦੁੱਖ ਆ, ਜਿਹੜੀ ਲੋਸ ਆ, ਇਹ ਤੁਹਾਨੂੰ ਜਗਾਉਂਦੀ ਆ। ਕਿਸੇ ਵੀ ਤੁਸੀਂ ਦੇਖ ਲਓ, ਕਿਸੇ ਵੀ ਦੁੱਖ ਜਿਹੜਾ ਤੁਹਾਨੂੰ ਆਇਆ ਹੋਊਗਾ, ਉਹਨੇ ਤੁਹਾਨੂੰ ਜਗਾਉਣ ਲਈ ਮਜਬੂਰ, ਐਂਡ ਜਾਗਣਾ ਅਸੀਂ ਚਾਹੁੰਦੇ ਨਹੀਂ। ਐਂਡ ਅਸੀਂ ਇਹਦਾ ਬਲੇਮ ਕੀ ਕਰਦੇ ਹਾਂ, ਇਹ ਮੇਰੇ ਨਾਲ ਇੱਦਾਂ ਹੋਇਆ ਕਿਉਂਕਿ ਹਾਂਜੀ, ਥੈਂਕ ਯੂ। ਐਂਡ ਪਲੀਜ਼ ਜੇ ਤੁਹਾਡੇ ਹੋਰ ਵੀ ਕਮੈਂਟਸ ਹੋਣ, ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪਾ ਸਕਦੇ ਹੋ, ਤੁਸੀਂ ਮੈਸੇਜ ਕਰ ਸਕਦੇ ਹੋ ਸਾਨੂੰ, ਤਾਂ ਜੋ ਅਸੀਂ ਕੁਐਸਚਨਸ ਦੇ ਆਨਸਰ ਦੇ ਦਈਏ। ਸੋ ਸਾਨੂੰ ਦੁੱਖ ਆਇਆ ਕਿਉਂ? ਜਦੋਂ ਵੀ ਸਾਡੇ ਕੋਲ ਦੁੱਖ ਆਉਂਦਾ ਵਾ, ਸਾਨੂੰ ਸਿਖਾਇਆ ਕੀ ਗਿਆ ਕਿ ਬਾਹਰ ਕਿਸੇ 'ਤੇ ਬਲੇਮ ਕਰੋ ਕਿ ਕਿਹਦੀ ਵਜ੍ਹਾ ਨਾਲ ਦੁੱਖ ਆਇਆ। ਹੁਣ ਵੀ ਅਸੀਂ ਬਲੇਮ ਕੀਤਾ ਕਿਸੇ ਕੰਟਰੀ ਨੇ ਦਿੱਤਾ ਹੋਊਗਾ ਸਾਨੂੰ ਵਾਇਰਸ, ਅਸੀਂ ਥੱਕ ਗਏ ਅਸੀਂ ਕਿ ਹਰ ਇੱਕ 'ਤੇ ਬਲੇਮ ਕਰਕੇ। ਐਂਡ ਇਹ ਚੀਜ਼ ਦੇ ਅਸੀਂ ਇਹ ਨਹੀਂ ਕਿ ਇਸ ਚੀਜ਼ ਤੋਂ ਅਸੀਂ ਸਿੱਖ ਕੀ ਸਕਦੇ ਹਾਂ।
ਇਸ ਦੁੱਖ ਦਾ ਕਾਰਨ ਕੀ ਆ, ਸਾਡੇ ਅੰਦਰ, ਸਾਨੂੰ ਅੰਦਰੋਂ ਕਿੱਦਾਂ ਦੇ ਇਨਸਾਨ ਅਸੀਂ ਬਦਲ ਸਕਦੇ, ਸਾਡੀ ਮਾਨਸਿਕਤਾ ਇਹਦੇ ਨਾਲ ਕਿਵੇਂ ਟਰਾਂਸਫਾਰਮ ਹੋ ਸਕਦੀ ਆ। ਬਿਕਾਜ਼ ਸਾਨੂੰ ਦੁੱਖ ਆ ਕੇ ਸਾਨੂੰ ਬਲੇਮ ਕਰਨਾ ਸਿਖਾਇਆ ਜਾਂਦਾ। ਸੋ ਫੋਰ ਐਗਜ਼ਾਮਪਲ ਜਿਹੜਾ ਮੇਰਾ ਰਿਸ਼ਤਾ ਟੁੱਟਿਆ, ਮੇਰੇ ਘਰ ਵਾਲੇ ਕਰਕੇ ਟੁੱਟਿਆ ਜਾਂ ਮੇਰੀ ਘਰ ਵਾਲੀ ਕਰਕੇ ਟੁੱਟਿਆ, ਜੇ ਮੈਂ ਖੁਸ਼ ਨਹੀਂ, ਮੈਂ ਆਪਦੇ ਬੱਚੇ ਕਰਕੇ ਖੁਸ਼ ਨਹੀਂ, ਕਿਉਂਕਿ ਇਹ ਨਹੀਂ ਮੈਨੂੰ ਕਦੇ ਖੁਸ਼ ਰਹਿਣ ਦਿੰਦਾ। ਜੇ ਮੈਂ ਸੁਖੀ ਨਹੀਂ, ਮੇਰੀ ਮਦਰ ਇਨ ਲਾ ਕਰਕੇ ਨਹੀਂ ਮੈਨੂੰ ਖੁਸ਼ ਹੈ, ਜਾਂ ਮੇਰੇ ਮਾਪਿਆਂ ਕਰਕੇ ਮੈਂ ਦੁਖੀ ਹਾਂ, ਜਾਂ ਮੈਂ ਦੋਸਤ ਮਿੱਤਰਾਂ ਕਰਕੇ ਆਪਦੇ ਦੁਖੀ ਹਾਂ, ਜਾਂ ਮੈਂ ਆਪਦੇ ਕੰਮ ਕਰਕੇ ਦੁਖੀ ਹਾਂ। ਸੋ ਜਦੋਂ ਵੀ ਸਾਨੂੰ ਦੁੱਖ ਆਉਂਦਾ ਵਾ, ਸਾਡੀ ਮਾਨਸਿਕਤਾ ਨੂੰ ਹਿੱਟ ਕਰਦਾ, ਸਾਨੂੰ ਬਾਹਰ ਕਿਸੇ ਤੇ ਬਲੇਮ ਕਰਨਾ ਸਿਖਾਇਆ ਜਾਂਦਾ। ਐਂਡ ਐਜ਼ ਅ ਰਿਜ਼ਲਟ ਕੀ ਹੁੰਦਾ, ਸੀ ਉੱਥੇ ਸਟਕ ਰਹਿ ਜਾਂਦੇ 20-20 ਸਾਲ। ਕਈ ਵਾਰ ਇੱਕ ਮੇਰੇ ਕੋਲ ਕਲਾਇੰਟ ਆਈ, ਉਹ ਕਹਿੰਦੇ 20 ਸਾਲ ਹੋ ਗਏ ਮੇਰੇ ਡਿਵੋਰਸ ਨੂੰ, ਪਰ ਮੈਂ ਅੱਜ ਤੱਕ ਆਪਦੇ ਹਸਬੈਂਡ ਨੂੰ ਹੀ ਰੀਜ਼ਨ ਮੰਨਦੀ ਹਾਂ ਕਿ ਉਹਦੀ ਵਜ੍ਹਾ ਨਾਲ ਮੈਨੂੰ ਇਹ ਦੁੱਖ ਮਿਲਿਆ, ਉਹਦੀ ਵਜ੍ਹਾ ਨਾਲ ਮੇਰਾ ਰਿਸ਼ਤਾ ਟੁੱਟਿਆ, ਅਤੇ ਉਹਦੀ ਵਜ੍ਹਾ ਨਾਲ ਮੈਂ 20 ਸਾਲ ਇਕੱਲੀ ਰਹੀ। ਤੁਸੀਂ ਦੇਖੋ ਵੀ ਦੁੱਖ ਦਾ ਜਿਹੜਾ ਸਾਰਾ ਸ਼ਿਰੇ ਆ ਉਹ ਬਾਹਰ ਲੋਕਾਂ ਤੇ ਪਾਇਆ ਗਿਆ। ਐਂਡ ਇਸ ਕਰਕੇ ਦੁੱਖ ਸਾਡੇ ਲਈ ਯੂਜ਼ਫੁਲ ਨਹੀਂ, ਜਦ ਕਿ ਉਹ ਦੁੱਖ ਸਾਡੇ ਲਈ ਇੱਕ ਜਾਗਰੂਕ ਅਵਸਥਾ ਬਣ ਸਕਦੀ ਸੀ, ਇੱਕ ਅਲਾਰਮ ਕਲੌਕ ਬਣ ਸਕਦਾ ਸੀ। ਅਸੀਂ ਕਿਹੜੇ ਵਿਚਾਰਾਂ ਨਾਲ ਆਪਦੀ ਜ਼ਿੰਦਗੀ ਰਹਿ ਰਹੇ ਹਾਂ, ਨੋ ਪ੍ਰੋਬਲਮ। ਹਾਂਜੀ, ਸੋ ਅਸੀਂ ਕਿਹੜੇ ਵਿਚਾਰਾਂ ਨਾਲ ਰਹਿ ਰਹੇ ਹਾਂ, ਅਸੀਂ ਕਿਹੜੀ ਮਾਨਸਿਕ, ਤੁਸੀਂ ਦੇਖੋ ਹਰ ਜਿਹੜਾ ਦੁੱਖ ਹੈ ਨਾ, ਉਹ ਤੁਹਾਡੀ ਮਾਨਸਿਕਤਾ ਨਾਲ ਟੱਕਰ ਪਾਉਂਦਾ, ਉਹ ਤੁਹਾਡੇ ਵਿਚਾਰ ਨਾਲ ਟੱਕਰ ਪਾਉਂਦਾ। ਐਂਡ ਤੁਹਾਡਾ ਵਿਚਾਰ ਬੜਾ ਸਟਰੋਂਗ, ਜਿਹਨੇ 20-25 ਸਾਲ ਤੁਹਾਡੇ ਦਿਮਾਗ ਦੇ ਵਿੱਚ ਘਰ ਕੀਤਾ ਹੋਵੇ ਉਸ ਵਿਚਾਰ ਨੇ, ਉਹ ਸੌਖਾ ਥੋੜ੍ਹੀ ਹੈ ਕਿ ਉਹਨੂੰ ਵਿਚਾਰ ਨੂੰ ਬਸ ਇੱਦਾਂ ਹੀ ਛੱਡ ਦਈਏ, ਰਾਈਟ। ਸੋ ਵਿਚਾਰ ਤੁਹਾਡੇ ਨਾਲ ਪੂਰਾ ਟੱਕਰ ਲੈਂਦਾ ਵਾ, ਉਹ ਵਿਚਾਰ ਆਉਂਦੀ ਹੋਏ ਦੁੱਖ ਨਾਲ ਟੱਕਰ ਲੈਂਦਾ। ਐਂਡ ਜਿਵੇਂ ਕਿ ਹਾਲਾਤ ਜਿੱਤਦੇ ਆ ਵਿਚਾਰ, ਪਰ ਕਈ ਲੋਕਾਂ ਦੇ ਜਿਹੜਾ ਮਨ ਆ, ਉਹ ਆਪਦੀ ਮਾਨਸਿਕਤਾ ਤੇ ਉਹ ਵਿਚਾਰ ਨੂੰ ਬਦਲ ਨਹੀਂ ਸਕਦੇ, ਬਦਲਣਾ ਨਹੀਂ ਚਾਹੁੰਦੇ, ਬਿਕਾਜ਼ ਉਸ ਨਾਲ ਇੰਨਾ ਚੱਲ ਰਹੇ ਆ। ਇਹ ਜਿਵੇਂ ਐਵੇਂ ਕਹਿ ਦਈਏ ਕਿ ਕਿਸੇ ਦਰਖਤ ਨਾਲ ਤੁਸੀਂ, ਜੀ ਹਾਂ, ਸੋ ਇਹ ਇੱਕ ਨਵਾਂ ਲਾਈਵ ਸੈਸ਼ਨਸ ਅਸੀਂ ਕਰਾਂਗੇ ਐਂਡ ਉਹਦੇ ਵਿੱਚ ਅਸੀਂ ਡਿਸਕਸ ਕਰਾਂਗੇ। ਸੋ ਇਹ ਇੱਕ ਇੱਦਾਂ ਕਹਿ ਸਕਦੇ, ਫੋਰ ਐਗਜ਼ਾਮਪਲ ਤੁਸੀਂ ਦਰਖਤ ਦੇ ਨਾਲ ਆਪਦੇ ਆਪ ਨੂੰ ਟੰਗ ਲਵੋ ਐਂਡ 10 ਸਾਲ ਤੁਸੀਂ ਟੰਗੇ ਰਹੋ, ਅਤੇ ਤੁਸੀਂ ਕਹੋ ਕਿ ਮੈਨੂੰ ਤਾਂ ਸਾਹ ਹੀ ਇਸ ਦਰਖਤ ਕਰਕੇ ਆ ਰਿਹਾ ਵਾ, ਜੇ ਮੈਂ ਇਹਦੀ ਟਾਹਣੀ ਛੱਡੀ, ਜੇ ਮੈਂ ਇਸ ਦਰਖਤ ਤੋਂ ਥੱਲੇ ਡਿੱਗਿਆ, ਇਹਦਾ ਮਤਲਬ ਮੇਰੇ ਉਦੋਂ ਹੀ ਸਾਹ ਰੁਕ ਜਾਣੇ ਆ। ਸੋ ਵਿਚਾਰ ਵੀ ਤੁਹਾਡੇ ਇੱਦਾਂ ਵਾ, ਉਹ ਪ੍ਰੋਟੈਕਟਿਵ ਮੈਥਡ ਆ। ਤੁਹਾਨੂੰ ਲੱਗਦਾ ਕਿ ਜੇ ਮੈਂ ਇਹ ਵਿਚਾਰ ਆਪਦੇ ਦਿਮਾਗ 'ਚੋਂ ਨਿਕਲਣ ਦੇਤਾ ਨਾ, ਤੇ ਮੇਰੇ ਅੰਦਰ ਖਲਬਲੀ ਹੁੰਦੀ ਹੈ, ਮੇਰੇ ਅੰਦਰ ਇੰਗਜ਼ਾਇਟੀ ਹੁੰਦੀ ਆ। ਸੋ ਇੱਕ ਦੁੱਖ ਨੂੰ ਨਜ਼ਰੀਆ ਵੱਖਰਾ ਦੇਵੋ। ਇੱਕ ਦੁੱਖ ਸਾਨੂੰ ਸਿਖਾਉਣ ਆਉਂਦਾ ਕੁਛ, ਇੱਕ ਦੁੱਖ ਸਾਨੂੰ ਸਾਡੀ ਮਾਨਸਿਕਤਾ ਬਦਲਣਾ ਆਉਂਦਾ ਵਾ, ਸਾਨੂੰ ਬਦਲਣਾ ਆਉਂਦਾ ਦੁੱਖ ਸੁੱਖ। ਐਂਡ ਕੀ ਅਸੀਂ ਉਸ ਦੁੱਖ ਨੂੰ ਲੈ ਕੇ, ਐਂਡ ਇੱਕ ਲਰਨਿੰਗ ਆ, ਫੋਰ ਐਗਜ਼ਾਮਪਲ ਅਸੀਂ ਟੈਸਟ ਦਿੰਦੇ ਹਾਂ ਸਕੂਲ ਦੇ ਵਿੱਚ, ਇੱਕ ਲਰਨਿੰਗ ਆ। ਐਂਡ ਇਸ ਦੁੱਖ ਨੂੰ ਲੈ ਕੇ ਅਸੀਂ ਆਪਦੇ ਆਪ ਨੂੰ ਕਿਵੇਂ ਬਦਲਣਾ। ਫੋਰ ਐਗਜ਼ਾਮਪਲ ਇੱਕ ਫਾਦਰ ਮੇਰੇ ਕੋਲ ਆਇਆ, ਉਹ ਕਹਿੰਦਾ ਵੀ ਮੈਂ ਤਾਂ ਆਪਣੇ ਬੱਚੇ ਨੂੰ ਡਾਕਟਰ ਬਣਾਉਣਾ ਚਾਹੁੰਦਾ ਸੀ, ਐਂਡ ਮੇਰਾ ਬੱਚਾ ਤਾਂ ਸਕੂਲ ਦੇ ਵਿੱਚ ਬਹੁਤ ਸਟਰਗਲ ਕਰ ਰਿਹਾ, C- ਲੈ ਰਿਹਾ ਵਾ, C ਲੈ ਰਿਹਾ। ਐਂਡ ਇਹ ਦੇਖੋ ਤੁਸੀਂ, ਸੋ ਉਸ ਫਾਦਰ ਲਈ ਇਹ ਬੜਾ ਵੱਡਾ ਦੁੱਖ ਸੀ। ਐਂਡ ਇਹ ਦੁੱਖ ਕਿਤੇ ਨਾ ਕਿਤੇ ਫਾਦਰ ਨੂੰ ਜਗਾ ਰਿਹਾ ਸੀਗਾ ਕਿ ਤੂੰ ਉਹ ਬੱਚਾ ਪਾਲ ਜਿਹੜਾ ਤੇਰੇ ਸਾਹਮਣੇ ਆ, ਨਾ ਕਿ ਉਹ ਬੱਚਾ ਪਾਲ ਜਿਹੜਾ ਤੇਰੇ ਦਿਮਾਗ 'ਚ ਆ, ਜਿਹੜਾ ਬੱਚਾ ਪੈਦਾ ਹੀ ਨਹੀਂ ਹੋਇਆ। ਕਿਉਂਕਿ ਜਿਹੜਾ ਬੱਚਾ ਤੂੰ ਚਾਹੁੰਦਾ ਸੀ, ਇਹ ਵਾਲਾ ਬੱਚਾ ਤੇਰੇ ਦਿਮਾਗ ਦੇ ਹਿਸਾਬ ਨਾਲ ਚੱਲ ਰਿਹਾ ਵਾ, ਪਰ ਜਿਹੜਾ ਤੇਰੇ ਸਾਹਮਣੇ ਬੱਚਾ ਉਹ ਤਾਂ C- ਵਾਲਾ ਵਾ। ਸੋ ਤੂੰ ਆਪਦੇ C- ਵਾਲਿਆਂ ਨੂੰ ਆਪਦਾ ਬੱਚਾ ਬਣਾ, ਜਿਹੜਾ ਤੇਰੇ ਦਿਮਾਗ ਦੇ ਵਿੱਚ ਘੁੱਕ ਰਿਹਾ ਨਾ ਬੱਚਾ, ਉਹ ਤੇਰਾ ਬੱਚਾ ਨਹੀਂ ਹੈਗਾ ਗਾ, ਉਹ ਇੱਕ ਫੈਂਟਸੀ ਆ। ਸੋ ਦੁੱਖ ਹੈ ਤਾਂ ਲਰਨਿੰਗ ਤਾਂ ਬਹੁਤ ਵੱਡੀ ਆ, ਪਰ ਅਸੀਂ ਕੀ ਕਰਦੇ ਹਾਂ, ਅਸੀਂ ਉਸ ਨੂੰ ਇਗਨੋਰ ਕਰਦੇ ਹਾਂ। ਸੋ ਜਿਹੜਾ ਬੱਚਾ ਸਾਡੇ ਸਾਹਮਣੇ ਆ C- ਨਾਲ, ਅਸੀਂ ਉਹਦੇ ਨਾਲ ਵੀ ਨਹੀਂ ਰਿਸ਼ਤਾ ਬਣਾ ਪਾਉਂਦੇ, ਕਿਉਂਕਿ ਰਿਸ਼ਤਾ ਸਾਡਾ ਇੱਥੇ A ਵਾਲੇ ਨਾਲ ਆ, ਐਂਡ ਉਹ ਹੈ ਨਹੀਂ ਸਾਡੇ ਕੋਲੇ। ਸੋ ਦਿਮਾਗ ਦੀ ਡਿਲੂਜ਼ਨਲ ਉਸ ਦਿਮਾਗੀ ਸਟੇਟ ਦੇ ਵਿੱਚ, ਮਾਨਸਿਕਤਾ ਦੇ ਵਿੱਚ ਉਹ ਬੱਚਾ ਵਸਿਆ ਹੋਇਆ, ਪਰ ਮੇਰੇ ਸਾਹਮਣੇ C- ਵਾਲਾ ਬੱਚਾ, ਉਹਨੂੰ ਮੈਂ ਪਿਆਰ ਹੀ ਨਹੀਂ ਕਰ ਪਾ ਰਿਹਾ ਗਾ। ਸੋ ਇੱਕ ਦੁੱਖ ਇੱਕ ਟਰਾਂਸਫਰਮ ਕਰਦਾ ਵਾ ਕਿ ਐਂਡ ਉਹ ਵਿਚਾਰ ਧੱਕਦਾ ਵਾ। ਸੋ C- ਵੇਖ ਕੇ ਉਹਦੇ ਦਿਮਾਗ ਦੀ ਜਿਹੜੀ ਮਾਨਸਿਕਤਾ ਦਾ ਉਹਨੂੰ ਬਦਲਣ ਦੀ ਕੋਸ਼ਿਸ਼ ਕਰਦਾ ਵਾ, ਪਰ ਮਾਨਸਿਕਤਾ ਫਿਰ ਪ੍ਰਭਾਵ ਪਾਉਂਦੀ ਹੈ ਕਿ ਨਹੀਂ, ਮੈਂ ਨਹੀਂ ਬਦਲਣਾ। ਸੋ ਮਤਲਬ ਇਹ ਹੈ ਕਿ ਉਹ ਦੁੱਖ ਟਰਾਂਸਫਾਰਮ ਕਰਨਾ ਆ ਕਿ ਆਪਣੇ C- ਵਾਲੇ ਬੱਚੇ ਨੂੰ ਪਿਆਰ ਕਰਕੇ ਦੇਖ, ਉਹਦੇ ਨਾਲ ਆਪਦੀ ਮਾਨਸਿਕਤਾ ਜੋੜ ਕੇ ਦੇਖ ਕਿ ਤੈਨੂੰ ਉਹ 'ਚੋਂ ਕੀ ਨਿਕਲੂਗਾ। ਫੋਰ ਐਗਜ਼ਾਮਪਲ ਜਦੋਂ ਇੱਕ ਰਿਸ਼ਤਾ ਟੁੱਟਦਾ ਵਾ ਐਂਡ ਅਸੀਂ ਦੁੱਖ ਮੰਨਦੇ ਹਾਂ, ਐਂਡ ਇਨੀਸ਼ੀਅਲੀ ਠੀਕ ਵੀ ਆ, ਜਦੋਂ ਅਸੀਂ ਇਨੀਸ਼ੀਅਲੀ ਕਿਸੇ ਰਿਸ਼ਤੇ 'ਚੋਂ ਨਿਕਲਦੇ ਸਾਨੂੰ ਧੱਕਾ ਲੱਗਦਾ ਵਾ। ਮੈਂ ਨਹੀਂ ਕਹਿੰਦੀ ਕਿ ਉਹ ਫਰਸਟ੍ਰੇਸ਼ਨ, ਉਹ ਡਿਸਅਪੁਆਇੰਟਡ ਸਾਡੀਆਂ ਜੈਨੂਅਨ ਨਹੀਂ ਹੁੰਦੀਆਂ, ਉਹ ਸਾਡੇ ਅੰਦਰ ਧੱਕਾ ਲੱਗਿਆ ਹੁੰਦਾ ਜ਼ਰੂਰ। ਕੋਈ ਵੀ ਚੀਜ਼ ਜਦੋਂ ਤੁਹਾਡੇ ਮਾਨਸਿਕਤਾ ਨੂੰ ਆ ਕੇ ਸੱਟ ਪਹੁੰਚੂਗੀ ਨਾ, ਇਹ ਤੁਸੀਂ ਇੱਦਾਂ ਕਰੋ ਕਿ ਉਹ ਤੁਹਾਡੀ ਮਾਨਸਿਕਤਾ ਨੂੰ ਪੰਕਚਰ ਕਰਦੀ ਹੈ। ਜਿਵੇਂ ਪੰਕਚਰ ਆਪਾਂ ਕਹਿੰਦੇ ਨਾ, ਇੱਕ ਟਾਇਰ ਦੇ ਵਿੱਚ ਇੱਕ ਸੂਈ ਖੁੱਭਦੀ ਆ,
ਐਂਡ ਤੁਹਾਨੂੰ ਲੱਗਦਾ ਸੂਈ ਖੁੱਭਦੀ ਉਹ ਤਾਂ ਦੁੱਖ ਤਾਂ ਹੁੰਦਾ ਵਾ, ਐਂਡ ਜ਼ਰੂਰ ਉਹਦਾ ਡਰ ਹੁੰਦਾ ਵਾ। ਸੋ ਜਿਹੜਾ ਤੁਹਾਨੂੰ ਦੁੱਖ ਆ ਨਾ, ਉਹ ਤੁਹਾਡੀ ਮਾਨਸਿਕਤਾ ਨੂੰ ਪੰਕਚਰ ਕਰਦਾ ਵਾ, ਉਹ ਮਾਨਸਿਕਤਾ ਨੂੰ ਤੁਹਾਡੀ ਸੂਈ ਖਵਾਉਂਦਾ ਵਾ। ਐਂਡ ਇਹ ਸੁਭਾਵਿਕ ਜੀ ਚੀਜ਼ ਆ ਕਿ ਅਸੀਂ ਉਸ ਟਾਈਮ ਫਰਸਟ੍ਰੇਟਡ ਮਹਿਸੂਸ ਕਰਾਂਗੇ, ਅਸੀਂ ਡਿਸਅਪੋਇੰਟਡ ਮਹਿਸੂਸ ਕਰਾਂਗੇ, ਅਸੀਂ ਉਹ ਸਾਰੀਆਂ ਚੀਜ਼ਾਂ ਮਹਿਸੂਸ ਕਰਾਂਗੇ। ਪਰ ਉਹਦਾ ਇੱਕ ਪੀਰੀਅਡ ਹੋਵੇ, ਉਦੋਂ ਬਾਅਦ ਇਹ ਨਾ ਹੋਵੇ ਕਿ 10 ਸਾਲ ਬਾਅਦ ਸਾਨੂੰ ਇਹ ਦੁੱਖ ਹੀ ਨਾ ਬਦਲ ਸਕੇ। ਸੋ ਪ੍ਰੋਪਰਲੀ ਇੱਕ ਜੇ ਤੁਸੀਂ ਇੱਕ ਕਾਉਂਸਲਿੰਗ ਦੇ ਥਰੂ ਜਾਵੋ, ਇੱਕ ਪ੍ਰੋਪਰ ਸਟੇਜਸ ਹੁੰਦੀਆਂ ਵਾ ਕਿ ਆਹ ਸਟੇਜ ਸਾਡੀ ਇੱਕ ਫਰਸਟ੍ਰੇਟਡ ਦੀ ਹੁੰਦੀ ਆ, ਉਸ ਤੋਂ ਬਾਅਦ ਅਸੀਂ ਆਪਣੇ ਅੰਦਰ ਵੇਖਣ ਲੱਗ ਜਾਂਦੇ ਹਾਂ। ਸੋ ਫੋਰ ਐਗਜ਼ਾਮਪਲ, ਇੱਕ ਰਿਸ਼ਤਾ ਜਿਹੜਾ ਇੱਕ ਬੁਰਾ ਸੀ, ਉਹ ਟੁੱਟਿਆ, ਉਹ ਦੁੱਖ ਸੀ, ਐਂਡ ਉਹ ਮਨ ਦਾ ਵਿਚਾਰ ਕੀ ਆ ਕਿ ਰਿਸ਼ਤੇ ਤਾਂ 50 ਸਾਲ ਨਿਭਦੇ ਆ, ਰਿਸ਼ਤੇ ਤਾਂ 60 ਸਾਲ ਨਿਭਦੇ ਆ, ਲੋਕ ਤਾਂ ਐਨੀਵਰਸਰੀ ਬਣਾਉਂਦੇ ਆ, ਗੋਲਡਨ ਸਿਲਵਰ ਐਨੀਵਰਸਰੀ ਮਨਾਉਂਦੇ ਆ, ਐਂਡ ਮੇਰੀ ਤਾਂ ਕੋਈ ਐਨੀਵਰਸਰੀ ਨਹੀਂ ਮਿਲੀ ਜਾਣੀ ਕਿਉਂਕਿ ਮੇਰਾ ਰਿਸ਼ਤਾ ਹੀ ਇੰਨੇ ਚਿਰ ਨਹੀਂ ਚੱਲਿਆ ਗਾ। ਤੁਸੀਂ ਦੇਖੋ ਕਿ ਜਿਹੜੀ ਬਾਹਰਲੀ ਰਿਐਲਿਟੀ ਹੈ, ਜਿਹੜਾ ਕਿ ਰਿਸ਼ਤਾ ਟੁੱਟਣਾ, ਉਹ ਅੰਦਰਲੇ ਵਿਚਾਰ ਨਾਲ ਲੜ ਰਿਹਾ। ਬਿਕਾਜ਼ ਅੰਦਰਲਾ ਵਿਚਾਰ ਕੀ ਆ ਕਿ ਰਿਸ਼ਤੇ ਉਮਰ ਭਰ ਹੁੰਦੇ ਆ, ਰਿਸ਼ਤੇ 60 ਸਾਲਾਂ ਸਾਰੀ ਉਮਰ ਲੋਕੀ ਰਿਸ਼ਤਿਆਂ 'ਚ ਰਹਿੰਦੇ, ਚਾਹੇ ਚੰਗੇ ਹੋਣ ਚਾਹੇ ਮਾੜੇ ਹੋਣ, ਅਸੀਂ ਰਿਸ਼ਤਿਆਂ ਦੇ ਵਿੱਚ ਰਹਿਣਾ। ਸੋ ਹੁੰਦਾ ਕਿ ਜੇ ਅਸੀਂ ਉਸ ਦੁੱਖ ਨੂੰ ਇੱਕ ਟਰਾਂਸਫਾਰਮ, ਇੱਕ ਯੂਟੀਲਾਈਜ਼ ਕਰੀਏ, ਤਾਂ ਅਸੀਂ ਆਪਣੇ ਆਪ ਦੇ ਵਿੱਚ ਅੰਦਰ ਦੇਖੀਏ ਕਿ ਉਹ ਰਿਸ਼ਤਾ ਮੈਨੂੰ ਕੀ ਸਿਖਾ ਕੇ ਗਿਆ, ਉਹ ਮੇਰੇ ਬਾਰੇ ਕੀ ਸਿਖਾ ਕੇ ਗਿਆ ਗਾ, ਉਹ ਮੈਨੂੰ ਆਪਦੇ ਅੰਦਰ ਕੀ ਸਿਖਾ ਕੇ ਗਿਆ ਕਿ ਮੈਂ ਆਪਦੇ ਆਪ ਨੂੰ ਕਿਵੇਂ ਬੈਟਰ ਬਣਾ ਸਕਦਾ। ਹੋ ਸਕਦਾ ਉਹ ਰਿਸ਼ਤਾ ਇੱਕ ਫਿਜ਼ੀਕਲ ਅਬਿਊਜ਼ ਹੋਵੇ, ਜਿਸ ਰਿਸ਼ਤੇ ਦੇ ਵਿੱਚ ਸਰੀਰਕ ਜ਼ਖਮ ਬਹੁਤ ਜ਼ਿਆਦਾ ਸੀਗੇ, ਐਂਡ ਉਸ ਰਿਸ਼ਤੇ ਨੂੰ ਮੈਨੂੰ ਗੁੱਡ ਬਾਏ ਕਰਨੀ ਸੀ, ਜਾਂ ਕਿਸੇ ਹੋਰ ਤਰੀਕੇ ਨਾਲ ਉਸ ਰਿਸ਼ਤੇ ਦੇ ਵਿੱਚ ਅਬਿਊਜ਼ ਸੀ, ਐਂਡ ਉਸ ਰਿਸ਼ਤੇ ਦੇ ਵਿੱਚ ਮੈਨੂੰ ਪਿਆਰ ਮਹਿਸੂਸ ਨਹੀਂ ਸੀ ਹੋ ਰਿਹਾ। ਸੋ ਐਂਡ ਕਈ ਮੇਰੇ ਕਲਾਇੰਟ ਆਉਂਦੇ ਜਿਨ੍ਹਾਂ ਦੇ 20 10 ਸਾਲ ਹੋ ਗਏ ਰਿਸ਼ਤੇ ਟੁੱਟੇ ਨੂੰ, ਪਰ ਹਜੇ ਵੀ ਉਸ ਰਿਸ਼ਤੇ ਟੁੱਟਣ ਦਾ ਜਿਹੜਾ ਕਾਰਨ ਆ, ਉਹ ਆਪਦੇ ਹਸਬੈਂਡ ਨੂੰ ਮੰਨਦੇ ਆ, ਆਪਦੀ ਵਾਈਫ ਨੂੰ ਮੰਨਦੇ ਆ, ਐਂਡ ਮੂਵ ਨਹੀਂ ਕਰ ਆਪਦੇ ਆਪ ਨੂੰ ਸਟੱਕ। ਸੋ ਉਸ ਨੂੰ ਅਸੀਂ ਕਹਿੰਦੇ ਸਟੱਕ ਹੋ ਗਿਆ। ਸੋ ਐਂਡ ਮੋਸਟ ਆਫ ਦਾ ਟਾਈਮ ਦੁੱਖ 'ਚ ਕਈ ਲੋਕੀ ਸਟੱਕ ਹੀ ਰਹਿੰਦੇ, ਸਾਰੀ ਉਮਰ ਰਹਿੰਦੇ। ਇਸ ਕਰਕੇ ਤੁਸੀਂ ਦੇਖਿਓ ਕਿ 20 25 30 35 ਸਾਲਾਂ ਬਾਅਦ ਵੀ ਬਲੇਮ ਇੱਕ ਇਹੋ ਜਿਹੀ ਅਵਸਥਾ ਜਿਹ 'ਚ ਤੁਸੀਂ ਅੰਦਾਜ਼ਾ, ਜਦੋਂ ਤੁਸੀਂ ਬਲੇਮ ਕਰ ਰਹੇ ਹੋ ਨਾ ਕਿਸੇ ਨੂੰ, ਅੰਦਾਜ਼ਾ ਲਾ ਲਓ ਕਿ ਤੁਸੀਂ ਸਟੱਕ ਹੋ, ਐਂਡ ਜਿਹੜੇ ਤੁਹਾਡੇ ਅੰਦਰ ਦੀ ਜਿਹੜਾ ਤੁਹਾਡਾ ਦੁੱਖ ਆ, ਉਹ ਦੂਸਰੇ 'ਤੇ ਤੁਸੀਂ ਢੇਰੀ ਕੀਤਾ ਹੋਇਆ, ਐਂਡ ਇਸ ਕਰਕੇ ਹੁਣ ਤੁਹਾਡੇ ਉਹ ਕੰਮ ਯੂਜ਼ ਨਹੀਂ ਕਰ ਸਕਦਾ। ਸੋ ਜਦੋਂ ਤੁਸੀਂ ਕਿਸੇ ਨੂੰ ਬਲੇਮ ਕਰ ਰਹੇ ਹੋ, ਦਾ ਮਤਲਬ ਤੁਸੀਂ ਸਟੱਕ ਆ, ਹਜੇ ਜਿਹੜਾ ਦੁੱਖ ਤੁਹਾਨੂੰ ਬਦਲਣਾ ਆਇਆ ਸੀ ਨਾ, ਉਹ ਬਦਲ ਕੇ ਨਹੀਂ ਗਿਆ ਹਜੇ ਉਹਨੇ ਬਦਲਣਾ ਤੁਹਾਨੂੰ। ਸੋ ਕਿ 20 30 35 ਸਾਲ ਲੋਕ ਉਸ ਚੀਜ਼ ਸਟੱਕ ਰਹਿੰਦੇ ਆ। ਸੋ ਦੁੱਖ ਨੂੰ ਇੱਕ ਦੁੱਖ ਦੀ ਤਰ੍ਹਾਂ ਨਾ ਲਓ, ਦੁੱਖ ਨੂੰ ਇੱਕ ਲਰਨਿੰਗ ਦੀ ਤਰ੍ਹਾਂ ਲਵੋ ਕਿ ਇਹ ਮੈਨੂੰ ਸਿਖਾ ਕੇ ਜਾ ਰਿਹਾ, ਇਹ ਮੈਨੂੰ ਬਦਲ ਕੇ ਜਾਊਗਾ। ਐਂਡ ਨੋਰਮਲੀ ਕਾਉਂਸਲਿੰਗ ਸੈਸ਼ਨ ਦੇ ਵਿੱਚ ਅਸੀਂ ਕੀ ਕਰਦੇ ਹਾਂ, ਅਸੀਂ ਬਦਲਾਵ ਆ, ਮਾਨਸਿਕ ਬਦਲਾਵ ਆ, ਮਾਨਸਿਕ ਵਿਚਾਰਾਂ ਦਾ ਬਦਲਾਵ ਆ, ਐਂਡ ਉਹਨਾਂ ਚੀਜ਼ਾਂ ਲਈ ਅਸੀਂ ਥੈਰੇਪੀ ਕਰਦੇ ਹਾਂ। ਸੋ ਜਦੋਂ ਵੀ ਤੁਸੀਂ ਦੁੱਖ ਨੂੰ, ਐਂਡ ਸਾਡੇ ਬੱਚੇ ਐਂਗਜ਼ਾਇਟੀ, ਡਿਪਰੈਸ਼ਨ, ਪੈਨਿਕ ਅਟੈਕ 'ਚ ਕਿਉਂ ਅੱਜ? ਕਿਉਂਕਿ ਉਹਨਾਂ ਨੂੰ ਦੁੱਖ ਦੇ ਵਿੱਚੋਂ ਨਿਕਲਣਾ ਨਹੀਂ ਆ ਰਿਹਾ, ਉਹਨਾਂ ਨੂੰ ਇਹ ਨਹੀਂ ਪਤਾ। ਬਿਕਾਜ਼ ਇੱਕ ਮਾਪੇ ਲਈ ਸਭ ਤੋਂ ਔਖਾ ਵਾ ਆਪਦੇ ਬੱਚੇ ਨੂੰ ਦੁਖੀ ਦੇਖਣਾ, ਐਂਡ ਇੱਕ ਬੱਚੇ ਲਈ ਸਭ ਤੋਂ ਦੁਖਦਾਇਕ ਚੀਜ਼ ਇਹ ਹੈ ਕਿ ਉਹਦਾ ਮਾਪਾ ਉਹਦਾ ਦੁੱਖ ਹੀ ਨਹੀਂ ਹੈਂਡਲ ਕਰ ਰਿਹਾ। ਐਂਡ ਇਸ ਕਰਕੇ ਤੁਸੀਂ ਆਮ ਦੇਖਿਓ, ਐਂਡ ਆਪਣੀ ਪੈਰੈਂਟਿੰਗ ਦੇ ਵਿੱਚ ਵੀ ਵੇਖੀਏ, ਆਪਾਂ ਸਭ ਤੋਂ ਦੁਖੀ ਮੂਮੈਂਟ ਦੇ ਵਿੱਚ ਵੀ ਆਪਦੇ ਮਾਂ-ਬਾਪ ਨੂੰ ਦੁੱਖ ਨਹੀਂ ਦੱਸ ਸਕਦੇ। ਅਸੀਂ ਕਹਿੰਦੇ ਅਸੀਂ ਮਾਂ-ਬਾਪ ਤੋਂ ਚੋਰੀ ਰੱਖੀਏ ਦੁੱਖ, ਮਾਂ-ਬਾਪ ਨੂੰ ਨਾ ਦੱਸੀਏ, ਕਿਉਂਕਿ ਮਾਂ-ਬਾਪ ਦੁੱਖ ਹੈਂਡਲ ਕਰਨ ਦੇ ਕਾਬਿਲ ਹੀ ਨਹੀਂ ਹੈਗਾ, ਉਹਨਾਂ ਦੀ ਕਪੈਸਿਟੀ ਨਹੀਂ ਹੈਗੀ, ਉਹਨਾਂ ਨੂੰ ਤਾਂ ਹੀ ਡਿੱਗ ਪੈਣਾ। ਸੋ ਉਹਦੇ ਨਾਲੋਂ ਅਸੀਂ ਇਹ ਠੀਕ ਸਮਝਦੇ ਕਿ ਅਸੀਂ ਉਹਨਾਂ ਨੂੰ ਦੁੱਖ ਨਾ ਦੱਸ ਦਈਏ। ਸੋ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਦੁੱਖ ਨੂੰ ਕਿਸ ਨਜ਼ਰ ਨਾਲ ਦੇਖਦੇ ਹਾਂ, ਐਂਡ ਉਸੇ ਨਜ਼ਰ ਨਾਲ ਸਾਡੇ ਬੱਚੇ ਸਾਨੂੰ ਦੁੱਖ ਨੂੰ ਦੇਖਣਗੇ। ਦੁੱਖ ਸਾਡੇ ਵਿੱਚ ਕੀ ਬਦਲਾਵ, ਹਰ ਦੁੱਖ ਤੁਹਾਡੇ ਵਿਚਾਰ ਨਾਲ ਭਿੜਦਾ ਵਾ, ਉਹ ਲੜਦਾ ਵਾ ਹਰ ਦੁੱਖ ਤੁਹਾਡੇ ਵਿਚਾਰ ਨਾਲ, ਐਂਡ ਤੁਸੀਂ ਐਂਡ ਉਸ ਦੁੱਖ ਨੂੰ ਤੁਸੀਂ ਕਿਵੇਂ ਵਰਤਣਾ ਵਾ, ਐਂਡ ਤੁਹਾਡੇ ਬੱਚੇ ਲਈ ਉਹ ਮਾਡਲਿੰਗ ਹੋ ਸਕਦੀ ਆ। ਸੋ ਜਿੰਨਾ ਚਿਰ ਤੁਸੀਂ ਦੁੱਖ ਤੋਂ ਭੱਜਦੇ ਹੋ, ਐਂਡ ਤੁਸੀਂ ਦੁੱਖ ਦੇ ਵਿੱਚ ਸਟੱਕ ਹੋ, ਤੁਹਾਡਾ ਬੱਚਾ ਦੁੱਖ ਤੋਂ ਸਿੱਖ ਨਹੀਂ ਸਕਦਾ। ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੇ ਆਪ ਵਿੱਚ ਬਣਨਾ ਪੈਣਾ ਕਿ ਅਸੀਂ ਇੱਕ ਦੁੱਖ ਨੂੰ ਇੱਕ ਬੁਰੀ ਚੀਜ਼ ਨਾ, ਪਰ ਇੱਕ ਦੁੱਖ ਨੂੰ ਐਜੂਕੇਸ਼ਨ ਮੰਨੀਏ, ਇੱਕ ਦੁੱਖ ਨੂੰ ਐਜੂਕੇਸ਼ਨ ਮੰਨੀਏ ਕਿ ਜਿਹੜੀ ਅਸੀਂ ਗ੍ਰਹਿਣ ਕਰ ਸਕਦੇ ਹਾਂ। ਦੁੱਖ ਸਾਡੀ ਮਾਨਸਿਕਤਾ ਨੂੰ, ਐਂਡ ਹਰ ਵਾਰੀ ਤੁਹਾਨੂੰ ਕਿਤੇ ਦੁੱਖ ਆ ਨਾ, ਐਂਡ ਇਹ ਸਮਝੋ ਕਿ ਅਲਾਰਮ ਕਲੌਕ ਕਿਤੇ ਵੱਜ ਰਿਹਾ ਵਾ, ਕਿਤੇ ਨਾ ਕਿਤੇ ਮੇਰੇ ਵਿੱਚ ਬਦਲਾਵ ਚਾਹੀਦਾ। ਫੋਰ ਐਗਜ਼ਾਮਪਲ ਜੇ ਤੁਹਾਨੂੰ ਫਰਸਟ੍ਰੇਟਡ ਆ, ਡਿਸਅਪੋਇੰਟਡ ਆ, ਅਲਾਰਮ ਕਲੌਕ ਆ, ਕਿਤੇ ਨਾ ਕਿਤੇ ਐਕਸਪੈਕਟੇਸ਼ਨਸ ਬਹੁਤ ਜ਼ਿਆਦਾ ਪਾਈਆਂ ਹੋਈਆਂ, ਐਂਡ ਅਲਾਰਮ ਕਲੌਕ ਆ ਕਿ ਆਪਦੀਆਂ ਉਮੀਦਾਂ ਬਦਲ, ਆਪਦੀਆਂ ਐਕਸਪੈਕਟੇਸ਼ਨ ਬਦਲ, ਇਹ ਅਲਾਰਮ ਕਲੌਕ ਆ ਤੁਹਾਡੀ ਮਾਨਸਿਕਤਾ ਵਾਸਤੇ। ਫੋਰ ਐਗਜ਼ਾਮਪਲ ਇੱਕ ਰਿਸ਼ਤੇ ਦੇ ਵਿੱਚ ਤੁਸੀਂ ਅਬਿਊਜ਼ ਹੋ ਰਹੇ ਹੋ, ਅਲਾਰਮ ਕਲੌਕ ਆ ਕਿ ਇਸ ਰਿਸ਼ਤੇ ਨੂੰ ਛੱਡ, ਅਲਾਰਮ ਕਲੌਕ ਆ ਇਸ ਰਿਸ਼ਤੇ ਨੂੰ ਛੱਡ।
ਤੁਸੀਂ ਬਲੇਮ ਕਰ ਰਹੇ ਹੋ ਕਿਸੇ ਨੂੰ, ਕਿਸੇ ਦੀ ਗਲਤੀ ਕੱਢ ਰਹੇ ਹੋ। ਅਲਾਰਮ ਕਲੌਕ ਆ ਕਿ ਤੂੰ ਉੱਥੇ ਹੱਥ ਪਾਉਣ ਦੀ ਕੋਸ਼ਿਸ਼ ਕਰ ਰਿਹਾ ਜਿੱਥੇ ਤੇਰਾ ਕੰਟਰੋਲ ਨਹੀਂ ਹੈਗਾ, ਜਿੱਥੇ ਤੇਰੇ ਹੱਥ ਵੱਸ ਨਹੀਂ ਹੈਗੀ ਚੀਜ਼। ਸੋ ਅਲਾਰਮ ਕਲੌਕ ਆ ਕਿ ਉਸ ਬਲੇਮ ਤੋਂ ਪਾਸੇ ਆ। ਉਹ ਤੇਰੀ ਟੈਰੀਟੋਰੀ ਨਹੀਂ, ਉਹ ਤੇਰੀ ਕੰਟਰੀ ਨਹੀਂ ਜਿੱਥੇ ਤੂੰ ਲੀਡ ਕਰ ਸਕਦਾ। ਤੇਰੀ ਕੰਟਰੀ ਤੇ ਤੇਰੀ ਟੈਰੀਟੋਰੀ ਸਿਰਫ ਇੱਥੇ ਆ, ਐਂਡ ਉੱਥੇ ਲਈ ਐਂਡ ਅਸੀਂ ਵੀ ਉਹ ਫਰਸਟ੍ਰੇਸ਼ਨ ਡਿਸਅਪੋਇੰਟਮੈਂਟ 'ਚ ਜਾਈਦਾ। ਫੋਰ ਐਗਜ਼ਾਮਪਲ, ਜਦੋਂ ਅਸੀਂ ਆਪਣੇ ਪਾਰਟਨਰ ਨਾਲ ਲੜਦੇ ਹਾਂ, ਸਾਨੂੰ ਲੱਗਦਾ ਕਿ ਸਾਰੀ ਗਲਤੀ ਉਹਦੀ ਆ। ਸਾਨੂੰ ਲੱਗਦਾ ਕਿ ਜੇ ਉਹ ਨਾ ਇੱਦਾਂ ਕਰਦਾ ਵਾ ਤੇ ਸਾਡਾ ਰਿਐਕਸ਼ਨ ਨਾ ਨਿਕਲਦਾ। ਐਂਡ ਉੱਥੇ ਵੀ ਸਾਡਾ ਅਲਾਰਮ ਕਲੌਕ ਆ ਕਿ ਤੂੰ ਦੇਖ ਕਿ ਤੇਰਾ ਇਹਦੇ ਵਿੱਚ ਕੰਟਰੀਬਿਊਸ਼ਨ ਕੀ ਆ, ਤੇਰਾ ਇਸ ਆਰਗੂਮੈਂਟ ਦੇ ਵਿੱਚ ਕੰਟਰੀਬਿਊਸ਼ਨ ਕੀ ਆ, ਤੂੰ ਇਸ ਨੂੰ ਤੂੰ ਇਸ ਆਰਗੂਮੈਂਟ ਨੂੰ ਕਿੰਨਾ ਵਧਾ ਰਿਹਾ, ਤੂੰ ਜਿਹੜੀ ਇੱਕ ਲੜਾਈ ਹੈ ਇਸ ਰਿਸ਼ਤੇ ਦੇ ਵਿੱਚ, ਤੇਰਾ ਕੰਟਰੀਬਿਊਸ਼ਨ ਕੀ ਆ, ਐਂਡ ਤੂੰ ਉੱਥੇ ਬਦਲਣਾ। ਸੋ ਹਰ ਚੀਜ਼ ਨੂੰ ਇੱਕ ਦੁੱਖ ਨੂੰ ਅਲਾਰਮ ਕਲੌਕ ਮੰਨੋ। ਐਂਡ ਜੇ ਤੁਸੀਂ ਸੁਬਾਹ ਉੱਠ ਕੇ ਕਈ ਵਾਰ ਆਪਾਂ ਸਨੂਜ਼ ਦੇ ਬਟਨ ਨੱਪੀ ਜਾਂਦੇ ਬਿਕਾਜ਼ ਅਸੀਂ ਉੱਠਣਾ ਨਹੀਂ ਚਾਹੁੰਦੇ, ਐਵੇਂ ਹੀ ਅਸੀਂ ਇੱਕ ਦੁੱਖ ਨੂੰ ਨੱਪੀ ਜਾਂਦੇ ਬਿਕਾਜ਼ ਅਸੀਂ ਉਹਨੂੰ ਫੇਸ ਨਹੀਂ ਕਰਨਾ ਚਾਹੁੰਦੇ। ਪਰ ਜਦੋਂ ਅਸੀਂ ਫੇਸ ਕਰ ਲਿਆ, ਜਦੋਂ ਅਸੀਂ ਉੱਠ ਕੇ, ਸਾਡੀ ਮਾਨਸਿਕਤਾ ਨਵੀਂ ਬਣ ਜਾਂਦੀ ਹੈ। ਐਂਡ ਨਵੀਂ ਮਾਨਸਿਕਤਾ ਸਾਨੂੰ ਸੁੱਖ ਦਿੰਦੀ ਹੈ ਬਿਕਾਜ਼ ਹੁਣ ਅਸੀਂ ਆਪਦੇ ਆਪ ਨੂੰ ਅਪਡੇਟ ਕਰਦੇ ਹਾਂ। ਸੋ ਥੈਂਕ ਯੂ ਐਵਰੀਵਨ, ਥੈਂਕ ਯੂ ਫॉर योर ਕਮੈਂਟਸ। ਹਾਂਜੀ, ਜੇ ਕੋਈ ਹੋਰ ਵੀ ਤੁਸੀਂ ਟੌਪਿਕ ਸਾਤੋਂ ਚਾਹੁੰਦੇ ਹੋ ਕਿ ਲਾਈਵ ਸੈਸ਼ਨਸ ਦੇ ਵਿੱਚ ਕਰੀਏ, ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। ਪਰ ਪਲੀਜ਼ ਇਹੋ ਜਿਹੀਆਂ ਵੀਡੀਓਜ਼ ਵੱਧ ਤੋਂ ਵੱਧ ਸ਼ੇਅਰ ਕਰੋ। ਸਾਡਾ ਮਕਸਦ ਇਹ ਹੈ ਕਿ ਅਸੀਂ ਵੱਧ ਤੋਂ ਵੱਧ, ਜੇ ਤੁਹਾਨੂੰ ਲੱਗਦਾ ਵਾ ਕਿ ਇਹ ਵੀਡੀਓ ਕਿਸੇ ਦੀ ਮਦਦ ਕਰ ਸਕਦੀ ਆ, ਕਿਸੇ ਘਰ ਬੈਠੇ ਦੀ ਮਦਦ ਕਰ ਸਕਦੀ, ਜਿਵੇਂ ਕਿ ਸਾਨੂੰ ਪਤਾ ਕਿ ਸਾਡਾ ਜਿਹੜਾ ਕਲਚਰ ਆ, ਸਾਡੀ ਜਿਹੜੀ ਸੁਸਾਇਟੀ ਆ, ਕਾਉਂਸਲਿੰਗ ਦੇ ਵਿੱਚ ਹਜੇ ਅਸੀਂ ਇੰਨੇ ਕੰਫਰਟੇਬਲ ਨਹੀਂ ਫੀਲ ਕਰਦੇ। ਸਾਨੂੰ ਸ਼ਰਮ ਆਉਂਦੀ ਆ ਕਿ ਅਸੀਂ ਆਪਦੇ ਘਰ ਪਰਿਵਾਰ ਦੀਆਂ ਪ੍ਰੋਬਲਮਾਂ ਕਿੱਥੇ ਲੈ ਕੇ ਜਾਈਏ। ਸੋ ਜੇ ਤੁਹਾਨੂੰ ਲੱਗਦਾ ਕਿ ਆਹ ਜਿਹੜੀ ਵੀਡੀਓ ਅਸੀਂ ਅੱਜ ਕੀਤੀ ਆ ਕਿਸੇ ਦੀ ਮਦਦ ਕਰ ਸਕਦੀ, ਕਿਸੇ ਦੇ ਘਰੇ ਬੈਠੇ ਦੀ ਕਿਸੇ ਦੀ ਮਾਨਸਿਕਤਾ ਬਦਲ ਸਕਦੀ ਆ, ਪਲੀਜ਼ ਜ਼ਰੂਰ ਸ਼ੇਅਰ ਕਰੋ। ਬਾਕੀ ਸਾਡੇ ਹੋਰ ਵੀ ਜਿਹੜੇ ਲਾਈਵ ਸੈਸ਼ਨਸ ਆ, ਫੇਸਬੁੱਕ 'ਤੇ ਆ, ਯੂਟਿਊਬ 'ਤੇ ਆ, ਸਾਡੀ ਵੈਬਸਾਈਟ 'ਤੇ ਆ, ਫ੍ਰੀ ਸੈਸ਼ਨਸ ਆ, ਤੁਸੀਂ ਜਿਹਨੂੰ ਮਰਜ਼ੀ ਰეკਮੈਂਡ ਕਰ ਸਕਦੇ ਹੋ। ਸੋ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰੋ। ਥੈਂਕ ਯੂ ਸੋ ਮਚ। ਜੀ ਹਾਂ, ਇਹ ਜਿਹੇ ਟੌਪਿਕ ਅਸੀਂ ਹੋਰ ਵੀ ਡਿਸਕਸ ਕਰਾਂਗੇ ਆਉਣ ਵਾਲੇ ਲਾਈਵ ਸੈਸ਼ਨਸ ਦੇ ਵਿੱਚ। ਥੈਂਕ ਯੂ ਸੋ ਮਚ। ਸਟੇ ਹੋਮ, ਸਟੇ ਸੇਫ। ਥੈਂਕਸ ਐਵਰੀਵਨ।